ਸਾਡੇ ਵਾਲਦ ਸਾਹਿਬ ਦੀ ਫੋਟੋ ਬਣਾਇਓ ਜੀ ਤੇ ਉੱਤੇ ਲਾਇਓ ਪਹਿਲੇ। ਸਾਡੇ ਘਰ ਦੀ ਬਰੀਡ ਹੈ ਸਾਰੀ। ਅੱਛਾ ਇਹ ਤੁਸੀਂ ਘਰ ਤਿਆਰ ਕੀਤੇ ਤੇ ਇਸ ਮਾਹੌਲ ਵਿੱਚ ਐਡਜਸਟੇਬਲ ਹੈ, ਕਾਮਯਾਬ ਹੈ ਜੀ ਇਸ ਮਾਹੌਲ 'ਚ ਐਡਜਸਟੇਬਲ ਹੈ ਠੀਕ ਹੋ ਗਿਆ ਜੀ। ਅੱਛਾ ਤੁਸੀਂ ਦੱਸ ਰਹੇ ਹੋ ਦਾ 26 ਤੱਕ ਦਾ ਰਿਕਾਰਡ ਹੈ ਤੁਹਾਡੇ ਜੀ ਕੋਲ 26 ਤੇ ਇਸ ਗਾਂ ਦੀ ਆਮ ਰੂਟੀਨ 'ਚ ਆਮ ਰੂਟੀਨ ਅਗਰ ਤਿਆਰ ਕਰੀਏ ਫਿਰ ਹੋਰ ਵੱਧ ਸਕਦੀ, ਲੇਕਿਨ ਆਮ ਰੂਟੀਨ 'ਚ ਅਸੀਂ ਗਾਵਾਂ ਦੀ ਗਰਮੀ ਦੀ ਵਜ੍ਹਾ ਤੋਂ ਤੰਗ ਨਹੀਂ ਕਰੀਦਾ ਠੀਕ ਹੈ ਜੀ। ਗਰਮੀ ਦੀ ਵਜ੍ਹਾ ਤੋਂ ਗਰਮੀ ਬਹੁਤ ਕਰਦੀਆਂ ਨਾ, ਇਸ ਵਜ੍ਹਾ ਤੋਂ ਤੰਗ ਨਹੀਂ ਕਰੀਦਾ। ਅੱਛਾ ਅਗਰ ਤੁਸੀਂ ਇਸ ਗਾਂ ਤਿਆਰ ਕਰਦੇ ਹੋ ਜੀ। ਅੱਛੇ ਤਰੀਕੇ ਨਾਲ ਖੁਰਾਕ ਦਿੰਦੇ, ਅੱਛਾ ਮਾਹੌਲ ਦਿੰਦੇ ਹੋ ਜੀ। ਤੇ ਫਿਰ ਇਹ ਕਿੰਨਾ ਤਕਰੀਬਨ 35 ਲੀਟਰ ਤੱਕ ਦੁੱਧ ਦੇਗੀ ਜੀ, 35 40 ਲੀਟਰ ਤੱਕ ਦੁੱਧ ਦੇਗੀ ਆਮ ਰੂਟੀਨ। ਠੀਕ ਹੋ ਗਿਆ। ਅੱਛਾ ਇਹਦੀ ਚੁਆਈ ਤੁਸੀਂ 2 ਦਫਾ ਦਿਨ ਚੋਂ ਕਰਦੇ ਹੋ ਜਾਂ 3 ਦਫਾ? ਜੀ ਅਗਰ ਤਿਆਰ ਕਰੀਏ ਫਿਰ 3 ਦਫਾ ਕਰਨੀ ਪੈਂਦੀ, ਆਮ ਰੂਟੀਨ 'ਚ 2 ਦਫਾ ਚਵਾਈ ਕਰੀਦੀ ਹੈ ਜੀ। ਠੀਕ ਹੋ ਗਿਆ। ਜੀ। ਤੇ ਇਸ ਟਾਈਮ ਤਕਰੀਬਨ ਇਹ ਗਾਂ ਤੁਹਾਡੀ ਇਹ ਕਿੰਨੇ ਪੈਸਿਆਂ ਦੀ ਹੋਏਗੀ, ਕਿੰਨੀ ਕੀਮਤ ਹੋਏਗੀ? ਜੀ ਇਹ 3 ਲੱਖ ਦੀ ਹੋਏਗੀ ਗਾਂ। ਠੀਕ ਹੋ ਗਿਆ। ਇਹਦੀ ਜਿਹੜੀ ਤੁਸੀਂ ਦੀ ਦੱਸ ਰਹੇ ਹੋ ਉਹ ਤਕਰੀਬਨ ਕਿੰਨੇ ਪੈਸਿਆਂ ਦੀ ਹੋਏਗੀ? ਜੀ ਉਹ ਵੀ 3 ਲੱਖ ਦੀ ਹੋਏਗੀ। ਠੀਕ ਹੋ ਗਿਆ। ਮਤਲਬ 25 ਪਲੱਸ ਵਾਲੀ ਜਿਹੜੀ ਗਾਂ ਹੈ ਉਹ ਤਾਂ ਅੰਦਾਜ਼ਨ ਤੁਹਾਡੇ 3 ਲੱਖ ਰੁਪਏ ਦੀ ਹੈ। ਜੀ 3.5 ਲੱਖ ਦੀ ਹੈ। ਠੀਕ ਹੋ ਗਿਆ। ਅੱਛਾ ਜਨਾਬ ਇਹ ਦੱਸੋ ਬਈ ਮੱਝਾਂ ਵੇਚੋ ਦੁੱਧ ਦੀ ਪੈਦਾਵਾਰ ਦੇ ਹਵਾਲੇ ਨਾਲ ਕਿਹੜੀ ਤੁਸੀਂ ਨਸਲ ਅੱਛੀ ਗਿਣਦੇ ਹੋ? ਜੀ ਨੀਲੀ ਰਾਵੀ ਅੱਛੀ ਭੈਂਸ ਹੈ ਜੀ। ਅੱਛਾ ਜੀ ਕਿਉਂਕਿ ਤੁਹਾਡੇ ਕੋਲ ਸਾਰੀਆਂ ਨੀਲੀ ਰਾਵੀ ਦੀਆਂ ਨੇ, ਤੁਸੀਂ ਇਹ ਹੀ ਅੱਛੀ ਗਿਣਦੇ ਹੋ ਵੀ ਇਹ ਹੀ ਸਾਰਿਆਂ ਨਾਲੋਂ ਬੈਸਟ ਜੀ ਹੈ? ਨੀਲੀ ਰਾਵੀ ਅੱਛੀ। ਠੀਕ ਹੋ ਗਿਆ। ਅੱਛਾ ਜਨਾਬ ਇਹ ਦੱਸੋ ਵੀ ਇਹਨਾਂ ਜਾਨਵਰਾਂ ਦਾ ਦੁੱਧ ਤੁਸੀਂ ਫਰੋਖਤ ਕਿੱਥੇ ਕਰਦੇ ਹੋ ਤੇ ਕਿਸ ਰੇਟ ਤੇ ਫਰੋਖਤ ਅੱਜਕੱਲ ਕਰ ਰਹੇ ਹੋ? ਜੀ ਪਹਿਲੇ ਨੈਸਲੇ ਡੈਰੀ ਤੇ ਦੇਈਦਾ ਸੀ, ਇੱਥੇ ਪਿੰਡ ਦੇ ਵਿੱਚ ਡੈਰੀ ਬਣੀ ਹੈ ਜੀ, ਠੀਕ ਹੈ। ਉੱਥੇ ਦੇਈਦਾ ਸੀ, ਆਪਣੇ ਮੋਟਰਸਾਈਕਲ ਤੇ ਲੈ ਜੀਦਾ ਸੀ। ਠੀਕ ਹੈ। ਲੇਕਿਨ ਹੁਣ ਸਾਡੇ ਕੋਲ ਸ਼ਹਿਰ ਦਾ ਦੁੱਧ ਹੀ ਲੱਗਾ ਹੈ, ਉਹ ਇੱਥੋਂ ਸਵੇਰ ਸ਼ਾਮ ਚੱਕ ਕੇ ਲੈ ਕੇ ਜਾਂਦਾ। ਅੱਛਾ ਨੈਸਲਿਨ ਦੁੱਧ ਦੇਣ ਦਾ ਤੁਹਾਡਾ ਤਜਰਬਾ ਕਿਹਦਾ ਰਿਹਾ ਹੈ? ਜੀ ਠੀਕ ਹੈ ਮਾਸ਼ਾਅੱਲਾ ਠੀਕ ਸੀ। ਹਫਤੇ ਦੇ ਬਾਅਦ ਪੇਮੈਂਟ ਵੀ ਆਉਂਦੀ ਸੀ ਅਕਾਊਂਟ ਦੇ ਵਿੱਚ ਹੀ, ਠੀਕ ਹੈ ਲੇਕਿਨ ਠੀਕ ਸੀ। ਠੀਕ ਹੈ ਉਹ ਹੁਣ ਡੈਰੀ ਖਤਮ ਹੋ ਗਈ ਹੈ ਗਵਰਨਮੈਂਟ ਦੀ ਵਜ੍ਹਾ ਤੋਂ, ਠੀਕ ਹੈ। ਇਸ ਵਜ੍ਹਾ ਤੋਂ ਫਿਰ ਦੁੱਧ ਹੀ ਸ਼ਹਿਰ ਦੁੱਧ ਦੇਈਦਾ। ਅੱਛਾ ਜਨਾਬ ਇਹ ਦੱਸੋ ਵੀ ਇਹਨਾਂ ਜਾਨਵਰਾਂ ਨੂੰ ਕਿਹੜੇ ਮੌਸਮ 'ਚ ਜ਼ਿਆਦਾ ਹਿਫਾਜ਼ਤ ਦੀ ਜ਼ਰੂਰਤ ਹੁੰਦੀ ਹੈ? ਜੀ ਗਰਮੀ ਦੇ ਸੌਣ ਭਾਦੋ ਦੇ ਮਹੀਨੇ 'ਚ ਜ਼ਿਆਦਾ ਹਿਫਾਜ਼ਤ ਹੁੰਦੀ, ਗਰਮੀ ਗਾਵਾਂ ਕਰਦੀਆਂ ਨੇ ਠੀਕ ਹੈ ਸੌਣ ਭਾਦੋ ਦੇ ਵਿੱਚ। ਠੀਕ ਹੈ। ਅਕਸਰ ਗਾਵਾਂ ਲੰਮੀਆਂ ਵੀ ਪੈ ਜਾਂਦੀਆਂ ਨੇ ਗਰਮੀ ਦੀ ਵਜ੍ਹਾ ਤੋਂ, ਲੇਕਿਨ ਸਾਡੇ ਸ਼ੈੱਡ ਦੇ ਵਿੱਚ ਅਲਹਮਦੁਲਿਲਾ ਸੋਲਰ ਦਾ ਸਿਸਟਮ ਹੈ, ਠੀਕ ਹੈ ਪਿੱਛੇ ਪੱਖੇ ਲਗਾਏ ਨੇ ਗਾਵਾਂ ਲਈ ਠੀਕ ਹੈ। ਤੇ ਇਹਨਾਂ ਨੂੰ ਪੱਖੇ ਸਵੇਰ ਸ਼ਾਮ ਚੱਲਦੇ ਨੇ। ਅੱਛਾ ਇਹ ਤੁਸੀਂ ਸਾਰਾ ਸ਼ੈੱਡ ਆਪਣਾ ਸੋਲਰ ਤੇ ਕੀਤਾ ਹੋਇਆ ਹੈ? ਜੀ ਪਿੱਛੇ ਸੋਲਰ ਹੈ, ਅੱਗੇ ਵੀ ਸੋਲਰ ਹੈ, ਅੱਗੇ ਲਹਿਦਾ ਹੈ ਪਿੱਛੇ ਲਹਿਦਾ ਹੈ। ਠੀਕ ਹੋ ਗਿਆ। ਇਹ ਤੁਹਾਡੇ ਕੋਲ ਤੁਸੀਂ ਕਿੰਨਾ ਤਕਰੀਬਨ ਸੈਟਅਪ ਲਾਇਆ ਹੋਇਆ ਸੋਲਰ ਤੇ ਜਿਹੜਾ ਤੁਹਾਡੇ ਜਾਨਵਰਾਂ ਵਾਸਤੇ ਕਾਫੀ ਹੈ? ਜੀ ਸਾਡੇ ਕੋਲ ਅਲਹਮਦੁਲਿਲਾ 8 ਪਲੇਟਾਂ ਦਾ ਸੈਟਅਪ ਹੈ ਜੀ। ਠੀਕ ਹੈ ਤੇ ਇਹ ਤੁਹਾਡੇ ਜਾਨਵਰਾਂ ਨੂੰ ਮਤਲਬ ਪੂਰੀ ਬਿਜਲੀ ਮੁਹੱਈਆ ਕਰਦੇ ਜੀ ਨੇ? ਪੂਰੀ ਬਿਜਲੀ ਮੁਹੱਈਆ ਕਰਦੇ ਨੇ। ਸਹੀ। ਅੱਛਾ ਇਹ ਤੁਸੀਂ ਸੋਲਰ ਤੇ ਪੱਖੇ ਚਲਾਉਂਦੇ ਹੋ, ਨਾਲ ਵਾਟਰ ਪੰਪ ਵਗੈਰਾ ਵੀ ਚਲਾਉਂਦੇ ਹੋ? ਨਹੀਂ ਵਾਟਰ ਪੰਪ ਹੀਟਰ ਤੇ ਚਲਾਈਦਾ ਜੀ। ਠੀਕ ਹੋ ਗਿਆ। ਬਾਕੀ ਸੋਲਰ ਤੇ ਤੁਸੀਂ ਇੱਥੇ ਪੱਖੇ ਵਗੈਰਾ ਚਲਾਉਂਦੇ ਹੋ? ਜੀ ਸੋਲਰ ਤੇ ਪੱਖੇ ਵਗੈਰਾ। ਠੀਕ ਹੋ ਗਿਆ। ਅੱਛਾ ਜਨਾਬ ਇਹ ਦੱਸੋ ਬਈ ਅਗਰ ਇੱਕ ਬੰਦੇ ਕੋਲ ਆਪਣੀ ਜ਼ਾਤੀ ਜ਼ਮੀਨ ਨਹੀਂ ਹੈ ਜੀ ਤੇ ਕੀ ਖਿਆਲ ਹੈ ਉਹ ਜਾਨਵਰਾਂ ਵਾਲਾ ਕੰਮ ਕਰ ਸਕਦਾ ਹੈ ਜਿਸ ਤਰੀਕੇ ਨਾਲ ਤੁਸੀਂ ਕੀਤਾ ਹੋਇਆ? ਜੀ ਕਰ ਸਕਦਾ ਹੈ, ਉਹ ਤਾਂ ਆਪਣੀ ਆਪ ਹੀ ਹਿਫਾਜ਼ਤ ਹੈ, ਯਾਨੀ ਕਿ ਜਿਤਨਾ ਬਚਾ ਲਓ ਵੰਡਾ ਪਾ ਲੇ, ਉਹ ਆਪਣੀ ਉਹਦੀ ਕੈਟਾਗਰੀ ਹੈ। ਅਗਰ ਇਸਤੇਮਾਲ ਕਰਨਾ ਚਾਹੇ ਵੰਡਾ ਦਾ ਤੂੜੀ ਦਾ ਇਸਤੇਮਾਲ ਹੁੰਦਾ ਹੈ, ਠੀਕ ਹੈ ਸ਼ਹਿਰਾਂ ਦੇ ਵਿੱਚ ਤੂੜੀ ਇਸਤੇਮਾਲ ਕਰਦੇ ਨੇ ਜ਼ਿਆਦਾਤਰ, ਠੀਕ ਹੈ ਤੇ ਤੂੜੀ ਜਿਸ ਤਰ੍ਹਾਂ ਆਪਣੀ ਵੰਡੇ ਦਾ ਹਿਸਾਬ ਕਿਤਾਬ ਹੈ ਉਸ ਤਰ੍ਹਾਂ ਕਰ ਲਓ। ਠੀਕ ਹੈ। ਜੀ ਮਤਲਬ ਉਸ ਨੂੰ ਬਚਤ ਆ ਸਕਦੀ ਹੈ ਇਸ ਕੰਮ 'ਚ? ਫਿਰ ਜੀ ਆ ਅਗਰ ਸਕਦੀ। ਆਪਣੀ ਜ਼ਮੀਨ ਨਹੀਂ ਹੈ ਠੇਕੇ ਵਗੈਰਾ ਤੇ ਲੈ ਕੇ ਉਸਨੇ ਚਾਰਾ ਬੀਜਣਾ ਹੈ ਜੀ ਤੇ ਜਾਨਵਰ ਪਾਲਣੇ ਨੇ? ਜੀ ਬਿਲਕੁਲ, ਉਹ ਅੱਛੀ ਭੈਂਸ ਰੱਖੇਗਾ, ਦੁੱਧ ਲਏਗਾ, ਠੀਕ ਹੈ। ਅੱਛੀ ਅੱਗੋਂ ਪੈਦਾਇਸ਼ ਕਰੇਗਾ, ਬਰੀਡਰ ਅੱਗੋਂ ਤਿਆਰ ਕਰੇਗਾ ਅੱਛੇ, ਤੇ ਫਿਰ ਹੋਏਗਾ। ਅੱਛਾ ਜਨਾਬ ਇਹ ਦੱਸੋ ਵੀ ਇਹਨਾਂ ਜਾਨਵਰਾਂ ਨੂੰ ਪਾਲਣ ਵਾਸਤੇ ਤੁਹਾਡੇ ਕੋਲ ਇਸ ਟਾਈਮ ਕਿੰਨੇ ਬੰਦੇ ਕੰਮ ਕਰ ਰਹੇ ਨੇ? ਸਾਡੇ ਕੋਲ 4 ਬੰਦੇ ਕੰਮ ਕਰ ਰਹੇ ਨੇ। 125 ਜਾਨਵਰਾਂ ਵਾਸਤੇ 4 ਬੰਦੇ ਕਾਫੀ ਨੇ? ਜੀ ਫਿਲਹਾਲ ਸਾਡੇ ਲਈ ਕਾਫੀ ਨੇ। ਅੱਛਾ 4 ਬੰਦੇ ਠੀਕ ਹੈ, ਕੰਮ ਅੱਛਾ ਕਰਦੇ ਨੇ ਸਾਡੇ ਵਾਸਤੇ। ਅੱਛਾ ਇਹ ਅਗਰ ਜਿਸ ਟਾਈਮ ਤੁਸੀਂ ਇਸ ਫਾਰਮ ਨੂੰ ਪੂਰਾ ਸਾਈਲੇਜ ਤੇ ਸ਼ਿਫਟ ਕਰ ਦਿੰਦੇ ਹੋ ਜੀ। ਤੇ ਫਿਰ ਕਿੰਨੇ ਬੰਦੇ ਕਾਫੀ ਹੋਣਗੇ? ਜੀ ਇਹ ਸਾਡਾ ਇਹ ਪੂਰੀ ਰੁਟੀਨ ਦਾ ਕੰਮ ਚੱਲਦਾ ਹੈ। ਸਾਡਾ ਉਧਰੋਂ ਜ਼ਮੀਂਦਾਰਾ ਵੀ ਹੈ ਜੇ, ਠੀਕ ਹੈ ਜ਼ਿਮੀਂਦਾਰੇ ਵਾਲ ਵੀ ਬੰਦੇ 2 ਜਾਂਦੇ ਨੇ, ਠੀਕ ਹੈ ਤੇ ਅਗਰ ਉਧਰੋਂ ਫਾਰਕ ਹੁੰਦੇ ਨੇ ਫਿਰ ਇਧਰ ਫਾਰਮ ਵਾਲਾ ਆ ਜਾਂਦੇ ਨੇ। ਠੀਕ ਹੈ ਅਸੀਂ ਨਾਲ ਸੈਟਅਪ ਜ਼ਿਮੀਂਦਾਰੇ ਦਾ ਵੀ ਚਲਾਇਆ ਜੀ। ਠੀਕ ਹੈ। ਜੀ ਤੇ ਤੁਹਾਡੇ ਕੋਲ ਕਿੰਨੀ ਜ਼ਮੀਨ ਹੈ ਜਿਸ ਤੇ ਤੁਸੀਂ ਇਹ ਸਾਰੀ ਆਪਣਾ ਚਾਰਾ ਵਗੈਰਾ ਬੀਜ ਰਹੇ ਹੋ? ਸਾਡੇ ਕੋਲ ਜੀ ਜ਼ਮੀਨ 30-35 ਕਿੱਲੇ ਹੈ ਨੇ, ਠੀਕ ਹੋ ਗਿਆ। ਜਿੱਥੇ ਸੈਟਅਪ ਜ਼ਿਮੀਂਦਾਰੇ ਦਾ ਵੀ ਚੱਲ ਰਿਹਾ। ਇਧਰ ਇਹਨਾਂ ਵਾਸਤੇ ਜੇ ਡੰਗਰਾਂ ਵਾਸਤੇ ਸਿਰਫ 10 ਕਿੱਲੇ ਨੇ, ਠੀਕ ਹੈ 10 ਤੋਂ 12 ਕਿੱਲੇ ਜ਼ਮੀਨ ਇਧਰ ਡੰਗਰਾਂ ਵਾਸਤੇ ਚਾਰੇ ਦੇ, ਬਾਕੀ ਜ਼ਿਮੀਂਦਾਰ ਹੈ ਆਪਣੀ। ਠੀਕ ਹੈ ਜੀ। ਅੱਛਾ ਜਨਾਬ ਇਹ ਦੱਸੋ ਵੀ ਇਹਨਾਂ ਜਾਨਵਰਾਂ ਨੂੰ ਕਿਹੜੀਆਂ ਬਿਮਾਰੀਆਂ ਲੱਗ ਸਕਦੀਆਂ ਨੇ? ਇਹਨਾਂ ਨੂੰ ਮੂੰਹ ਸੜੀ ਦੀ ਵੀ ਲੱਗਦੀ ਹੈ, ਗਲ ਘੋਟੂ ਦੀ ਵੀ, ਮੂੰਹ ਖੁਰ ਦੀ ਵੀ, ਠੀਕ ਹੈ ਉਹਨਾਂ ਦੀ ਡਵਰਮਿੰਗ ਕਰੀਦੀ ਹੈ, ਠੀਕ ਹੈ। ਬੱਚਿਆਂ ਦੀ ਵੀ ਵੱਡਿਆਂ ਦੀ ਵੀ। ਅੱਛਾ ਜੀ ਇਹਨਾਂ ਨੇ 1.5 ਮਾਹ ਬਾਅਦ 2.5 ਮਹੀਨੇ ਬਾਅਦ ਠੀਕ ਹੈ। ਸਾਲ ਬਾਅਦ ਇਹਨਾਂ ਡਵਰਮਿੰਗ ਨਾਲ ਦੀ ਨਾਲ ਹੁੰਦੀ ਰਹੇ ਤੇ ਫਿਰ ਅੱਛੀ ਹੈ, ਕੋਈ ਬਿਮਾਰੀ ਨਹੀਂ ਲੱਗਦੀ। ਅੱਛਾ ਇਹਨਾਂ ਜਾਨਵਰਾਂ ਦੇ ਤੁਸੀਂ ਵੈਕਸੀਨ ਵੀ ਕਰਵਾਉਂਦੇ ਹੋ ਸਾਲਾਨਾ ਜਾਂ ਮਾਹਨਾ ਜਾਂ ਜੀ ਛਿਮਾਹੀ? ਉਹ ਹੀ ਵੈਕਸੀਨ ਉਹ ਡਵਰਮਿੰਗ ਹੁੰਦੀ ਹੈ ਜੀ। ਠੀਕ ਹੈ। vaccine ਉਹ ਸਾਲ 'ਚ ਕਿੰਨੀ ਦਫਾ ਤੁਸੀਂ ਕਰਵਾਉਂਦੇ ਹੋ? 80 ਸਾਲ ਦੇ 6 ਮਾਹ ਬਾਅਦ ਕਰਵਾਈ ਦੀ ਹੈ ਜੀ। ਠੀਕ ਹੈ ਬੱਚਿਆਂ ਨੂੰ 2.5 ਮਹੀਨੇ ਬਾਅਦ ਡਵਰਮਿੰਗ ਕਰੀ ਦੀ ਹੈ, ਦਵਾਈ ਦੇਈ ਦੀ ਹੈ, ਠੀਕ ਹੈ ਤੇ ਜਿਹੜੀ ਵੈਕਸੀਨ ਹੈ ਉਹ 6 ਮਾਹ ਬਾਅਦ 4 ਮਾਹ ਬਾਅਦ ਕਰਵਾ ਦੀ। ਠੀਕ ਹੋ ਗਿਆ। ਸ਼ਹਿਰ 'ਚ ਤੁਸੀਂ ਇਹ ਜਾਨਵਰ ਰੱਖੇ ਹੋਏ ਨੇ, ਜੀ। ਇਸ ਦੀ ਲੰਬਾਈ ਚੌੜਾਈ ਕਿੰਨੀ ਹੈ?
ਜੀ ਇਹ ਲੰਬਾਈ ਚੜਾਈ ਇਹਦੀ 60 ਫੁੱਟ ਚੌੜਾਈ ਹੈ, ਠੀਕ ਹੈ ਲੰਬਾਈ ਹੈ 100 ਤੇ 10 ਫੁੱਟ ਲੰਬਾਈ ਹੈ। ਠੀਕ ਹੈ ਜੀ ਅੱਛਾ ਇਹ ਤੁਹਾਡਾ ਸ਼ੈੱਡ ਜਿਸ ਤਰ੍ਹਾਂ ਦਾ ਤੁਸੀਂ ਸ਼ੈੱਡ ਬਣਾਇਆ ਹੋਇਆ ਹੈ ਜੀ ਇਹ ਇਹਨਾਂ ਜਾਨਵਰਾਂ ਵਾਸਤੇ ਕਾਮਯਾਬ ਹੈ ਗਰਮੀਆਂ ਜੀ ਇਹਨਾਂ ਸਰਦੀਆਂ 'ਚ? ਜਾਨਵਰਾਂ ਵਾਸਤੇ ਸਹੀ ਹੈ। ਇਧਰ ਗਾਵਾਂ ਦਾ ਸੈੱਟ ਬਣਾਇਆ, ਇਧਰ ਮੱਝਾਂ ਦਾ ਬਣਾਇਆ, ਇਧਰਲੀ ਸਾਈਡ ਤੇ 4 ਦੀਵਾਰੀ ਕੀਤੀ ਹੈ, ਇਧਰ ਤਲਾਬ ਬਣਾਇਆ ਮੱਝਾਂ ਵਾਸਤੇ, ਠੀਕ ਹੋ ਇਹ ਗਿਆ ਬੈਕ ਸਾਈਡ ਤੇ। ਠੀਕ ਹੋ ਗਿਆ। ਤੇ ਗਰਮੀਆਂ ਵਾਸਤੇ ਮੱਝਾਂ ਦਾ ਠੀਕ ਹੈ, ਤਲਾਬ ਦੇ ਵਿੱਚ ਅੱਛਾ ਤੁਸੀਂ ਰਹਿੰਦੀਆਂ ਆਪਣੇ ਨੇ। ਇਸ ਫਾਰਮ ਦੇ ਨਾਲ ਹੀ ਤਲਾਬ ਵੀ ਆਪਣਾ ਜੀ ਬਣਾਇਆ ਹੋਇਆ ਹੈ? ਤਲਾਬ ਇਹ ਮੱਝਾਂ ਹਰ ਵਕਤ ਦੁਪਹਿਰ ਦਿਨ ਰਾਤ ਉੱਥੇ ਰਹਿੰਦੀਆਂ ਨੇ, ਨਹਾਉਂਦੀਆਂ ਨੇ ਠੀਕ ਹੈ ਜੀ। ਸਾਥ ਹੀ 4 ਦੀਵਾਰੀ ਕੀਤੀ ਹੈ ਠੀਕ ਹੈ ਜੀ। ਉੱਥੇ ਸਰਦੀਆਂ ਗਰਮੀਆਂ ਨੂੰ ਧੁੱਪੇ ਬਾਹਰ ਕੱਢ ਦਿੰਦੀਆਂ, ਗਰਮੀਆਂ ਨੂੰ ਰਾਤ ਨੂੰ ਬਾਹਰ ਕੱਢ ਦੇਦੀਆਂ। ਠੀਕ ਹੈ ਆ ਬੰਦੇ ਉੱਤੇ ਹੁੰਦੇ ਨੇ ਰਾਤ ਨੂੰ, ਠੀਕ ਹੋ ਗਿਆ। ਹੋ ਜਾਈਦਾ। ਅੱਛਾ ਇਹ ਸ਼ੈੱਡ ਤੁਸੀਂ ਕਦੋਂ ਬਣਾਇਆ ਜੀ? ਜੀ ਇਹਨੂੰ 5 ਸਾਲ ਹੋ ਗਏ ਨੇ, 6 ਸਾਲ। ਅੱਛਾ ਇਹ ਸ਼ੈੱਡ ਬਣਾਉਣ ਤੇ ਤੁਹਾਡੀ ਤਕਰੀਬਨ ਕਿੰਨੀ ਲਾਗਤ ਆਈ ਹੈ, ਮੁਕੰਮਲ ਕਿੰਨਾ ਖਰਚਾ ਆਦਾ ਜੀ? ਜੀ ਸਾਡਾ 18 ਕੁ ਲੱਖ ਰੁਪਏ ਆਇਆ ਜੀ ਠੀਕ ਹੋ ਗਿਆ। ਉਸ ਅੱਛਾ ਵਕਤ 5 ਸਾਲ 5 ਸਾਲ 18 ਪਹਿਲੇ ਅਗਰ ਕੋਈ ਬੰਦਾ ਅੱਜ ਇਹ ਸ਼ੈੱਡ ਬਣਾਉਣਾ ਚਾਹੇ ਜੀ। ਤੇ ਉਸ ਦਾ ਤਕਰੀਬਨ ਕਿੰਨਾ ਖਰਚਾ ਆਏਗਾ? 25 ਕੁ ਲੱਖ ਰੁਪਏ ਆ ਜਾਏਗਾ, 25-28 ਲੱਖ ਰੁਪਏ। ਠੀਕ ਹੈ ਤੇ ਤੁਸੀਂ ਕੀ ਪ੍ਰੈਫਰ ਕਰਦੇ ਹੋ, ਮੱਝਾਂ ਵਾਲਾ ਕੰਮ ਠੀਕ ਹੈ ਜਾਂ ਗਾਵਾਂ ਵਾਲਾ ਕੰਮ ਠੀਕ ਹੈ? ਜੀ ਫਿਲਹਾਲ ਤਾਂ ਮੱਝਾਂ ਅਸੀਂ ਜ਼ਿਆਦਾ ਕਰ ਰਹੇ ਨੇ, ਮੱਝਾਂ ਦਾ ਹੀ ਸਾਨੂੰ ਪਸੰਦ ਹੈ। ਠੀਕ ਹੈ ਗਾਵਾਂ ਗਰਮੀ ਦੀ ਵਜ੍ਹਾ ਤੋਂ ਨਹੀਂ, ਲੇਕਿਨ ਫਿਰ ਵੀ ਦੁੱਧ ਦੀ ਵਜ੍ਹਾ ਤੋਂ ਗਾਵਾਂ ਵੀ ਨਾਲ ਚਲਾਈਆਂ ਨੇ, ਫਰੀਦੀਆਂ ਨੇ, ਆਪਣੇ ਘਰ ਦੀਆਂ ਗਾਵਾਂ ਨੇ। ਠੀਕ ਹੈ ਪਹਿਲੇ ਸੀਗੀਆਂ ਲੇਕਿਨ ਘਰ ਦੀ ਬਰੀਡ ਤਿਆਰ ਕੀਤੀ ਹੈ, ਠੀਕ ਹੈ ਟੀਕੇ ਅੱਛੇ ਰਖਾਏ ਨੇ, ਅੱਛੀ ਨਸਲ ਦੇ। ਠੀਕ ਹੈ। ਤੇ ਅੱਗੋਂ ਫਿਰ ਗਾਵਾਂ ਦੇ ਹੁਣ ਨਾਲ ਗਾਵਾਂ ਵੀ ਸਟਾਰਟ ਕੀਤੀਆਂ, ਮੱਝਾਂ ਵੀ ਆ ਨੇ। ਅੱਛਾ ਤੁਸੀਂ ਆਪਣੇ ਫਾਰਮ 'ਚੋਂ ਮੱਝਾਂ ਜਾਂ ਗਾਵਾਂ ਸੇਲ ਵੀ ਕਰਦੇ ਹੋ? ਨਹੀਂ ਅੱਗੇ ਸੇਲ ਕਰਦੇ ਸੀ, ਲੇਕਿਨ ਹੁਣ ਸ਼ੌਕ ਐਸਾ ਪੈਦਾ ਹੈ, ਹੁਣ ਕਦੀ ਸੇਲ ਨਹੀਂ ਕੀਤੀਆਂ। ਅੱਛਾ ਬਾਹਰੋਂ ਉਲਟਾ ਖਰੀਦ ਕੇ ਤੁਸੀਂ ਆਪਣੇ ਫਾਰਮ 'ਚ ਪਾਉਂਦੇ ਹੀ ਹੋ ਜਾਨਵਰ? ਬਿਲਕੁਲ ਬਿਲਕੁਲ। ਅੱਛਾ ਇਹ ਦੱਸੋ ਵੀ ਇਸ ਡੇਅਰੀ ਫਾਰਮਿੰਗ ਵਾਲੇ ਕੰਮ ਦਾ ਤੁਸੀਂ ਕੀ ਮੁਸਤਕਬਲ ਵੇਖ ਰਹੇ ਹੋ? ਜੀ ਅੱਛੀ ਪੈਦਾਵਾਰ ਹੋਵੇ, ਅੱਛਾ ਦੁੱਧ ਜਾਵੇ, ਅੱਛਾ ਨਾਲ ਜ਼ਿਮੀਦਾਰਾਂ ਨਾਲ ਚਲਾਵੇ, 4 ਬੰਦੇ ਰੱਖ ਲਵੇ ਜੀ, ਅੱਛਾ ਕੰਮ ਹੈ। ਠੀਕ ਹੈ ਜੀ ਸਹੀ ਹੋ ਗਿਆ। ਅੱਛਾ ਜਨਾਬ ਇਹ ਦੱਸੋ ਵੀ ਜਿੰਨਾ ਅਰਸਾ ਤੁਹਾਨੂੰ ਕੰਮ ਕਰਦੇ ਹੋ ਗਿਆ ਹੈ, ਜੀ ਇਸ ਅਰਸੇ ਦੇ ਦੌਰਾਨ ਇਹਨਾਂ ਜਾਨਵਰਾਂ ਤੋਂ ਤੁਸੀਂ ਕੀ ਕੁਝ ਕਮਾਇਆ ਹੈ? ਜੀ ਅਸੀਂ ਬਾਹਰ ਜ਼ਮੀਨ ਵੀ ਖਰੀਦੀ ਹੈ ਜ਼ਮੀਨ ਕਿੰਨੀ ਖਰੀਦੀ ਤੁਸੀਂ? ਜੀ, 3 ਕਿੱਲੇ ਖਰੀਦੀ ਹੈ ਠੀਕ ਹੈ ਜੀ। ਹੋਰ ਪਲਾਟ ਵੀ ਖਰੀਦੇ ਨੇ 2-3 ਠੀਕ ਹੋ ਗਿਆ ਜੀ। ਅਲਹਮਦੁਲਿਲਾ ਘਰ ਵੀ ਨਵਾਂ ਬਣਾਇਆ ਜੀ। ਮਾਸ਼ਾਅੱਲਾ ਜੀ ਇਹਨਾਂ ਦੇ ਵਿੱਚੋਂ ਹੀ ਇਹਨਾਂ ਦੇ ਮਿਹਨਤ ਜਿੰਨੀ ਕਰਨੀ ਉਤਨਾ ਹੀ ਠੀਕ ਕੰਮ ਹੈ। ਹੋਣਾ ਜੀ। ਅੱਛਾ ਸ਼ੁਰੂ ਤੁਸੀਂ ਕਿੰਨੇ ਜਾਨਵਰਾਂ ਤੋਂ ਸ਼ੁਰੂ ਕੀਤਾ ਜੀ? ਜੀ ਪਹਿਲੇ 2 ਮੱਝਾਂ ਹਨ ਸਾਡੇ ਵਾਲਾ ਸਾਹਿਬ ਦੀਆਂ ਮਤਲਬ ਇਹ 2 ਮੱਝਾਂ ਤੋਂ ਹੀ ਅੱਗੇ ਸਾਰਾ ਤੁਸੀਂ ਸੈਟਅਪ ਇਹਨਾਂ ਜਾਨਵਰਾਂ ਤੋਂ ਹੀ ਬਣਾਇਆ ਹੈ? ਜੀ 2 ਮਾਸ਼ਾਅੱਲਾ ਪੂਰਾ ਫਾਰਮ ਤੁਸੀਂ ਤਰਤੀਬ ਦਿੱਤਾ ਜੀ ਹੈ। ਬਿਲਕੁਲ। ਠੀਕ ਹੋ ਗਿਆ। ਅੱਛਾ ਜਨਾਬ ਇਹ ਦੱਸੋ ਵੀ ਇਸ ਕੰਮ ਦੇ ਬਾਰੇ ਤੁਸੀਂ ਦੂਜੇ ਲੋਕਾਂ ਨੂੰ ਕੀ ਮਸ਼ਵਰਾ ਦੋਗੇ? ਜੀ ਮੈਂ ਤਾਂ ਕਹਾਂਗਾ ਇਹ ਬੜਾ ਅੱਛਾ ਕੰਮ ਹੈ। ਠੀਕ ਹੈ ਸ਼ੌਕ ਵੀ ਪੈਦਾ ਕਰਨਾ ਚਾਹੀਦਾ, ਜਾਨਵਰ ਨੇ ਆਪਣੀ ਵਿੱਚ ਮਿਹਨਤ ਦੇ ਨਾਲ ਕੰਮ ਕਰਨਾ ਚਾਹੀਦਾ, ਬੜਾ ਅੱਛਾ ਕੰਮ ਹੈ। ਠੀਕ ਹੈ। ਜੀ ਅੱਛਾ ਭਾਈ ਜਾਨ ਤੁਹਾਡਾ ਬਹੁਤ ਸ਼ੁਕਰੀਆ ਜਨਾਬ, ਤੁਸੀਂ ਆਪਣਾ ਕੀਮਤੀ ਵਕਤ ਸਾਨੂੰ ਦਿੱਤਾ ਤੇ ਸਾਡੇ ਨਾਜ਼ਰੀਨ ਨੂੰ ਤੁਸੀਂ ਇੰਟਰਵਿਊ ਦਿੱਤਾ, ਤੁਹਾਡਾ जनाब बहुत शुक्रिया जी। अल्हम्दुलिल्लाह, थैंक यू। अच्छा दोस्तों डेयरी फार्मिंग के ऊपर आपने मेरी वीडियो देखी, उम्मीद है ये वीडियो आपको पसंद आई होगी। मज़ीद अच्छी वीडियोज़ के लिए मेरे चैनल को सब्सक्राइब करें और साथ बेल आइकन प्रेस कर दें। इसके अलावा आप मुझे इंस्टाग्राम पर फॉलो करें। आपका बहुत शुक्रिया।